ਮੈਂ ਪੰਜਾਬੀ ਗਾਣੇ ਜਾ ਕੇ ਹਾਈ ਸਕੂਲ 'ਚ ਜਾ ਕੇ ਸੁਣੇ ਮੈਂ ਹਿਪ ਹੌਪ ਹੀ ਸੁਣਦਾ ਹੁੰਦਾ ਸੀਗਾ ਜਦੋਂ ਮੈਂ ਬ੍ਰਿੰਗ ਇਟ ਹੋਮ ਕੱਢੀ ਸੀਗੀ ਦ ਆਈਡੀਆ ਦ ਇੰਸਪੀਰੇਸ਼ਨ ਵਾਸ ਕਿ ਲਾਈਕ ਲੈਟਸ ਬ੍ਰਿੰਗ ਇਟ ਹੋਮ ਨਾ ਹੁਣ ਤੂੰ ਇੰਡੀਆ 'ਚ ਜੋ ਕਰ ਲਿਆ ਬਾਲੀਵੁੱਡ 'ਚ ਕਰ ਲਿਆ ਦੁਨੀਆ 'ਚ ਨਾਮ ਬਣਾ ਲਿਆ ਵਿਦ ਜ਼ੂਸ ਅਤੇ ਆਪਣੇ ਫੀਚਰਸ ਨਾਲ ਦੂਜੇ ਆਰਟਿਸਟ ਐਵਰੀ ਆਰਟਿਸਟ ਜਿਹੜਾ ਮੈਨੂੰ ਵਧੀਆ ਲੱਗਦਾ ਸੀਗਾ ਜਿਹੜਾ ਮੈਨੂੰ ਮੇਰੀ ਇੰਸਪੀਰੇਸ਼ਨ ਸੀ ਜੈਜ਼ੀ ਬੀ ਤੋਂ ਲੈ ਕੇ ਅਮਰਿੰਦਰ ਗਿੱਲ ਤੋਂ ਲੈ ਕੇ everyone, you name it, right? Shah Rukh Khan, Deepika ਦੀ photo ਲੱਗੀ ਹੁੰਦੀ ਸੀ ਮੇਰੇ ਕੰਨ ਤੇ I'm like, ਹੁਣ now I have to bring it home to my roots, to hip hop. ਉਸ ਟਾਈਮ ਤੇ ਜਦੋਂ ਲਵਲੀ ਆਇਆ ਸੀ 2015 ਦੇ ਵਿੱਚ ਮੈਨੂੰ ਆਈ ਰਿਮੈਂਬਰ ਜ਼ੂਸ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਪੰਜਾਬੀ ਤੇ ਇੰਗਲਿਸ਼ 'ਚ ਰੈਪ ਕੀਤਾ ਉਹਨਾਂ ਨੇ ਮੇਬੀ ਤੈਨੂੰ ਜੇ ਤੂੰ ਤੇਰਾ ਵਰਸ ਨਹੀਂ ਰੱਖਿਆ ਨਾ ਉਹਨਾਂ ਨੇ ਕਹਿਣਾ ਕਿ ਤੂੰ ਹਿੰਦੀ 'ਚ ਰੈਪ ਕਰ ਜਾਂ ਪੂਰਾ ਇੰਗਲਿਸ਼ 'ਚ ਰੈਪ ਕਰ that was the biggest thing ਜਦ ਤੱਕ ਉਹ ਗਾਣਾ ਆਇਆ ਮੈਨੂੰ ਲੱਗਦਾ ਸੀ ਕਿ ਮੇਰਾ ਵਰਸ ਉਹਨਾਂ ਨੇ ਕੱਢ ਦੇਣਾ ਬਿਕੋਜ਼ ਉਸ ਟਾਈਮ ਤੇ ਹੁੰਦਾ ਸੀ ਕਿ ਪੰਜਾਬੀ ਪੈਨ ਇੰਡੀਆ ਨਹੀਂ ਗਾ ਇਹ ਰੀਜਨਲ ਮਿਊਜ਼ਿਕ ਹੈ ਰੀਜਨਲ ਲੈਂਗੁਏਜ ਆ ਤੁਸੀਂ ਹੁਣ ਇਹ ਸਮਝੋ ਐਜ਼ ਅ ਮੇਲ in the Punjabi industry ਜਿੱਥੇ ਸਾਰਾ ਕੁਛ ਹੈਗਾ ਕੁੱਟ ਦੂੰ ਮਾਰ ਦੂੰ ਚੱਕ ਦੂੰ ਤੇ ਮੇਰੇ ਕੋਲ ਪੈਸੇ ਬਹੁਤ ਆ ਮੇਰੇ ਕੋਲ ਆਹ ਬਹੁਤ ਆ ਮੈਂ ਇਨਵਿੰਸੀਬਲ ਬੰਦਾ ਜੋ ਆਪਾਂ ਦਿਖਾਉਂਦੇ ਆ ਪੰਜਾਬੀ ਇੰਟਰਟੇਨਮੈਂਟ ਦੇ ਵਿੱਚ ਪੰਜਾਬੀ ਮਿਊਜ਼ਿਕ 'ਚ ਉਹ ਮੈਂ ਐਲਬਮ ਕੱਢੀ ਸੀਗੀ to show ਕਿੰਨਾ vulnerable ਆ what I want to hear personally back from Punjabi music is ਢੋਲ because ਮੇਰਾ ਭੰਗੜੇ ਦਾ ਬੈਕਗਰਾਉਂਡ ਆ ਮੈਂ ਢੋਲ ਵੀ ਬਹੁਤ ਵਜਾਇਆ ਮੈਂ ਭੰਗੜਾ ਵੀ 10 ਸਾਲ ਕੀਤਾ ਤੇ I want to hear more ਢੋਲ and like folk and ਬੋਲੀਆਂ and that type of stuff in Punjabi music personally honestly as friends as humans ਆਪਾਂ ਉਸ ਚੀਜ਼ ਦੇ ਉੱਤੇ ਪਹਿਲਾਂ ਆਪਾਂ ਕਨੈਕਟ ਕੀਤਾ ਉਸ ਤੋਂ ਬਾਅਦ ਇਹ ਗਾਣੇ ਬਣੇ you know what I mean and ਉਸ ਤੋਂ ਬਾਅਦ ਜਾਦੂ ਬਣਿਆ and all that ਤੇ ਸਾਡੀ ਐਨਰਜੀ ਬਹੁਤ ਮੈਚ ਹੋਈ ਇੱਕ ਟਾਈਮ ਹੁੰਦਾ ਸੀ ਜਦੋਂ ਟੀਵੀ ਤੇ ਜਦੋਂ ਗਾਣੇ ਆ ਗਏ ਨਾ ਉਦੋਂ ਸੁਣ ਲਿਆ ਬਿਕਾਜ਼ ਇੰਟਰਨੈਟ ਹੁੰਦਾ ਨਹੀਂ ਸੀ ਜ਼ਿਆਦਾ ਸੁਣਨ ਨੂੰ ਮਿਲਦਾ ਨਹੀਂ ਸੀ YouTube ਵਾਸ ਵੈਰੀ ਰੇਅਰ ਲਿਮਿਟਿਡ ਇੰਟਰਨੈਟ ਮਿਲਦਾ ਸੀ ਅੱਛਾ ਇੰਨੀ GB ਮਿਲਣਾ ਸੋ ਤੁਸੀਂ ਰੋਕ ਕੇ ਸੰਭਾਲ ਕੇ ਯੂਜ਼ ਕਰਦੇ ਸੀ ਸੋ ਗਾਣੇ ਸੁਣਨ ਦੇ ਲਈ ਟੀਵੀ ਯੂਜ਼ ਹੁੰਦਾ ਸੀ ਇਸ ਦੌਰਾਨ ਇੱਕ ਗਾਣਾ ਰਿਲੀਜ਼ ਹੋਇਆ ਅਮਰਿੰਦਰ ਗਿੱਲ ਭਾਜੀ ਦਾ ਪੇਂਡੂ ਉਹ ਗਾਣਾ ਮੈਂ ਸੁਣਿਆ ਬਹੁਤ ਸੋਹਣਾ ਗਾਣਾ ਤੁਸੀਂ ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਹੁਣ ਸੁਣਾਇਆ ਵੀ ਮੈਂ ਗਾਣਾ ਮੈਂ ਤਾਂ ਹੀ ਸੁਣਾਇਆ ਸੋ that ਤੁਹਾਡੀ ਮੈਮਰੀ ਰਿਫਰੈਸ਼ ਹੋ ਜਾਏ ਉਹ ਗਾਣਾ ਸੁਣਿਆ ਬੜਾ ਵਧੀਆ ਗਾਣਾ ਚੱਲਦੇ ਨਾ ਵਿੱਚ ਇੱਕਦਮ ਚੇਂਜ ਹੋ ਗਿਆ ਮੈਂ ਕਿਹਾ ਕੀ ਜੰਪ ਜਿਹਾ ਆ ਗਿਆ ਜੰਪ ਆਇਆ ਤੇ ਮੈਨੂੰ ਲੱਗਿਆ ਪਤਾ ਨਹੀਂ ਕੋਈ ਗੋਰਾ ਗਾਉਣ ਲੱਗ ਗਿਆ ਕਿਉਂਕਿ ਉਹਦੇ ਵਿੱਚ ਜੋ ਰੈਪ ਸੀਗਾ ਇਟ ਵਾਜ਼ ਨੈਵਰ ਹਰਡ ਆਫ ਅਸੀਂ ਕਦੇ ਪੰਜਾਬੀ ਮਿਊਜ਼ਿਕ ਦੇ ਵਿੱਚ ਉਸ ਟਾਈਪ ਦਾ ਰੈਪ ਉਹ ਸਟਾਈਲ ਕਦੇ ਸੁਣਿਆ ਹੀ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਅਸੀਂ ਜਿੰਨੇ ਵੀ ਵੈਸਟਰਨ ਰੈਪਰ ਸੀਗੇ ਟੁਪਾਕ ਹੋ ਗਿਆ ਇਸ ਟਾਈਪ ਦੇ ਰੈਪਰਸ ਨੂੰ ਸੁਣਿਆ ਹੋਇਆ ਸੀ ਉਹ ਸਟਾਈਲ ਸੁਣਿਆ ਸੀ ਲੇਕਿਨ ਸੌਫਟ ਗਾਣਾ ਰੋਮਾਂਟਿਕ ਗਾਣਾ ਉਹਦੇ ਵਿੱਚ ਵੀ ਰੈਪ ਹੋ ਸਕਦਾ ਐਂਡ ਉਹ ਵੀ ਇੰਨਾ ਸੋਹਣਾ ਹੋ ਸਕਦਾ ਕਦੇ ਨਹੀਂ ਇਮੈਜਿਨ ਕੀਤਾ ਸੀ ਬਟ ਦੇਰ ਇਜ਼ ਐਨ ਆਰਟਿਸਟ ਹੂ ਡਿਡ ਦੈਟ ਐਂਡ ਦੈਟ ਆਰਟਿਸਟ ਇਜ਼ ਆਰ ਵੈਰੀ ਓਨ ਫਤਿਹ ਐਂਡ ਫਤਿਹ ਇਜ਼ ਆਰ ਸੋ ਮਚ ਓਨ ਕਿਉਂਕਿ ਸਾਡੇ ਆਪਣੇ ਸ਼ਹਿਰ ਬਰੈਂਪਟਨ ਦੇ ਟੋਰਾਂਟੋ ਦੇ ਆਰਟਿਸਟ and ਇਸ ਤੋਂ ਵੱਡੀਆਂ ਗੱਲ ਕੀ ਹੋ ਸਕਦੀ ਹੈ that he has grown so much over the years and we've been following him loving his music and now we have him in our studio Fateh welcome. Wow what an introduction I still remember that song Pendu Amrinder Paji da video in a khet he's wearing white kurta pajama and that car in the background ਉਸ time trend ਹੁੰਦਾ ਸੀ and I heard your voice and I was a kid man I think 9th 10th class ਚ ਪੜ੍ਹਦਾ ਸੀ ਉਸ time and shock ਸੀ Wow. It was great. Yeah, I mean, it's crazy. I think it's been over 10 years. Jadda Gana. I think 2011, 2012. Yeah, they Allah. Kinna time, kinni chiti beat that. Yeah. But then, you know what's so interesting? I don't know कि India कितना सीगा वो गाना because I'm another India बहुत चल रहा है. बहुत. ऐथे उस time ते अपने घट सीगे. जी. है ना? Obviously सीगे, but not as much as now. Yeah. ते मैनू ना कदी नहीं महसूस होया ਜਦੋਂ ਗਾਣਾ ਆਇਆ ਕਿ ਉਹ ਗਾਣਾ ਹਿੱਟ ਹੈ ਸੋ ਇੱਥੇ ਸੀਗਾ no one really knew about it ਮੈਂ ਸ਼ੋਅ 'ਤੇ ਜਾਂਦਾ ਸੀਗਾ ਮੈਂ ਪੇਂਡੂ ਕੋਸ਼ਿਸ਼ ਕਰਦਾ ਸੀਗਾ ਪਰਫੋਰਮ ਕਰਨ ਦੀ ਕਿਸੇ ਨੂੰ ਪਤਾ ਨਹੀਂ ਹੁੰਦਾ ਸੀਗਾ ਹੁਣ ਜਦੋਂ ਵੀ ਮੈਂ ਬਾਹਰ ਜਾਂਦਾ ਐਟਲੀਸਟ ਇੱਕ ਵਾਰੀ ਹਫ਼ਤੇ ਦੇ ਵਿੱਚ ਮੈਨੂੰ ਕੋਈ ਨਾ ਕੋਈ ਕਹਿੰਦਾ ਕਿ ਭਾਈ ਪੇਂਡੂ ਮੇਰਾ ਫੇਵਰਟ ਗਾਣਾ ਆ ਸੋ ਐਵਰਗ੍ਰੀਨ ਗਾਣਾ ਆ You know what I mean? And something that 10 ਸਾਲ ਤੋਂ ਉੱਤੇ ਵੀ ਹੋ ਗਿਆ ਤੇ it's still doing really well. We had a lot of pirated music there. Of course, I'm sure. So we used to download a lot. So ਸਾਰਿਆਂ ਦੀ ਪੈਨ ਡਰਾਈਵ ਜਿਹੜੀ ਭਰੀ ਹੁੰਦੀ ਸੀ ਗਾਣੇ ਨਾਲ ਉਹਦੇ ਵਿੱਚ ਪੇਂਡੂ ਗਾਣਾ ਸੀਗਾ It was that famous. That's crazy. And ਭਾਜੀ first of all ਤੁਸੀਂ ਥੋੜਾ ਜਿਹਾ ਤੁਸੀਂ ਦੱਸੋ how has your journey been? Toronto ਮੈਂ ਜਦੋਂ ਤੁਹਾਡੇ ਆਉਣ ਤੋਂ ਪਹਿਲਾਂ I was just checking ਤੁਹਾਡਾ background. You were not born in Canada. No, I wasn't. What's the story? I was born in Thailand. Okay. Bangkok, Thailand. Parents ਮੇਰੇ ਉੱਥੇ ਸੀਗੇ they were teaching ਪੰਜਾਬੀ. Okay. ਤੇ ਉੱਥੇ ਇੱਕ ਪੰਜਾਬੀ ਮੀਡੀਅਮ ਸਕੂਲ ਹੁੰਦਾ ਸੀਗਾ ਤੇ ਉੱਥੇ 10 ਸਾਲ ਸੀਗੇ ਤੇ ਮੈਂ
ਪੈਦਾ ਉੱਥੇ ਹੋਇਆ। ਉਸ ਤੋਂ ਬਾਅਦ ਜਦੋਂ ਮੈਂ 5 ਸਾਲ ਦਾ ਸੀਗਾ ਆਪਾਂ ਕੈਲੀਫੋਰਨੀਆ ਮੂਵ ਹੋ ਗਏ US ਦੇ ਵਿੱਚ। ਸੋ ਕੈਲੀਫੋਰਨੀਆ ਮੈਂ ਪੂਰੀ ਸਕੂਲਿੰਗ ਕੀਤੀ ਹਾਈ ਸਕੂਲ ਤੱਕ, ਤੇ ਹਾਈ ਸਕੂਲ ਤੋਂ ਬਾਅਦ ਆਪਾਂ ਇੱਥੇ ਟੋਰਾਂਟੋ ਆ ਗਏ ਬਰੈਂਪਟਨ ਜੀ, ਤੇ ਯੂਨੀਵਰਸਿਟੀ ਮੈਂ ਇੱਥੇ ਕੀਤਾ ਆਪਣਾ ਕਰੀਅਰ। ਉੱਦਾਂ ਮੈਂ ਕੈਲੀਫੋਰਨੀਆ ਦਾ ਸ਼ੁਰੂ ਕਰ ਲਿਆ ਸੀਗਾ ਰੈਪ ਦਾ, ਪਰ ਇੱਥੇ ਸ਼ੁਰੂ ਹੋਇਆ ਇੱਥੇ ਆਪਣੀ ਕਮਿਊਨਿਟੀ ਇੱਥੇ ਹੈ, ਤੇ ਮੈਂ ਦੇਖਿਆ ਗਰੋ ਕਰਦਾ ਜਿਹੜਾ ਪੰਜਾਬੀ ਇੰਡਸਟਰੀ ਇੱਥੇ ਆਪਣੇ ਅੱਖਾਂ ਦੇ ਸਾਹਮਣੇ ਗਰੋ ਕੀਤਾ ਮੈਂ ਦੇਖਿਆ। ਰਾਈਟ, ਦੀਪ ਜੰਡੂ ਹੋਣਾ ਨੂੰ ਦੇਖਦੇ ਹੁੰਦੇ ਸੀਗੇ ਆਪਾਂ, ਰੂਪੀ ਕੌਰ ਨੂੰ ਦੇਖਦੇ ਹੁੰਦੇ ਸੀਗੇ, ਹੰਬਲ, ਲਿਲੀ, ਆਲ ਥੀਸ ਪੀਪਲ, ਜਸਰੇਨ, ਬੱਬੂ, ਸਾਰਿਆਂ ਨੂੰ ਮੈਂ ਦੇਖਿਆ ਹੋਇਆ ਕਿਉਂਕਿ ਆਪਾਂ ਓਪਨ ਮਾਈਕਸ 'ਤੇ ਜਾਂਦੇ ਹੁੰਦੇ ਸੀਗੇ ਇੱਥੇ ਲੋਕਲੀ, ਹੈ ਨਾ, ਜਸਟ kids with dreams। ਹਾਂਜੀ, ਤੇ ਸੋ ਯਾ ਆਪਾਂ ਉਦੋਂ ਦੇ ਇੱਥੇ ਆ। ਸੋ ਨਾਓ ਟੋਰਾਂਟੋ 'ਚ। ਸੋ ਯੂ ਵਰ ਇਨ ਕੈਲੀਫੋਰਨੀਆ ਭਾਈ, ਉੱਥੇ ਤਾਂ ਮਤਲਬ it's famous for its music, ਖਾਸ ਕਰਕੇ ਹਿਪ ਹੌਪ ਸੀਨ ਦੇ ਲਈ। Of course, yeah. How was it? ਤੁਸੀਂ ਉਹਦਾ ਕਦੇ ਪਾਰਟ ਹੋਏ? You were part of that part? I think ਨਹੀਂ, ਕਿਉਂਕਿ ਮੈਂ ਉਸ ਟਾਈਮ ਥੋੜ੍ਹਾ ਯੰਗ ਸੀਗਾ, ਬਟ ਜਿਹੜਾ ਇੰਸਪੀਰੇਸ਼ਨ ਸਾਰਾ ਉੱਥੇ ਹੈ। ਜਿੱਦਾਂ ਤੁਸੀਂ ਟੂਪਾਕ ਦਾ ਨਾਂ ਲਿਆ, ਟੂਪਾਕ ਕੈਲੀਫੋਰਨੀਆ ਤੋਂ ਹੀ ਆ, ਬੇ ਏਰੀਆ ਤੋਂ ਹੀ ਆ, ਤੇ ਉੱਥੋਂ ਹੀ ਮੈਂ ਸੀਗਾ। ਸੋ ਉਹਦੀ ਇਨਫਲੂਐਂਸਿਸ ਐਂਡ ਜਸਟ ਇਨ ਜਨਰਲ ਜਿਹੜਾ ਨਾਰਥ ਅਮਰੀਕਨ ਇਨਫਲੂਐਂਸ ਹਿਪ ਹੌਪ ਦਾ ਇਨਫਲੂਐਂਸ ਸੀਗਾ ਉਹ ਮੇਰੇ ਤੇ ਸੀਗਾ। ਮੈਂ ਪੰਜਾਬੀ ਗਾਣੇ ਜਾ ਕੇ ਹਾਈ ਸਕੂਲ 'ਚ ਜਾ ਕੇ ਸੁਣੇ, ਮੈਂ ਹਿਪ ਹੌਪ ਹੀ ਸੁਣਦਾ ਹੁੰਦਾ ਸੀਗਾ। ਸੋ ਮੈਨੂੰ ਐਕਚੁਅਲੀ ਜ਼ਿਆਦਾ ਹੈ ਨਹੀਂ ਸੀਗਾ ਲਾਈਕ ਇੰਡੀਅਨ ਇਨਫਲੂਐਂਸਿਸ ਜਾਂ ਪੰਜਾਬੀ ਇਨਫਲੂਐਂਸਿਸ ਅੰਟਿਲ ਹਾਈ ਸਕੂਲ ਦੇ ਵਿੱਚ ਜਾ ਕੇ ਹੋਇਆ, ਹੈ ਨਾ। ਮੇਜਰਲੀ ਟੋਰਾਂਟੋ ਆ ਕੇ that change happened? ਟੋਰਾਂਟੋ 'ਚ ਆ ਕੇ ਤਾਂ ਮੇਰੀ ਪੰਜਾਬੀ ਜ਼ਿਆਦਾ ਵਧੀਆ ਹੋ ਗਈ, ਪੰਜਾਬੀ ਗਾਣੇ ਮੈਨੂੰ ਸਿੱਖਣ ਨੂੰ ਮਿਲ ਗਏ, ਜਿਹੜੇ ਨੂਆਂਸਿਸ ਆ ਸਾਡੇ ਪੰਜਾਬੀ ਕਲਚਰ ਜੇ ਪੰਜਾਬੀ ਸੱਭਿਆਚਾਰ ਦੇ ਉਹ ਮੈਨੂੰ ਸਿੱਖਣ ਨੂੰ ਮਿਲੇ। ਮੈਨੂੰ got closer to ਸਿੱਖੀ here as well। ਸੋ ਬਹੁਤ ਕੁਛ ਇੱਥੇ ਮੈਨੂੰ ਮਿਲਣਾ, ਤੇ ਜਿਹੜਾ ਮੇਰਾ ਮਿਊਜ਼ਿਕ ਹੁਣ ਤੁਸੀਂ ਜਿਹੜਾ ਅੱਜ ਸੁਣਦੇ ਆ ਜਾਂ ਈਵਨ ਫਰਮ ਪੇਂਡੂ, ਇਟਸ ਅ ਮੈਲਟਿੰਗ pot of those two। ਜਿਹੜਾ ਕੈਲੀਫੋਰਨੀਆ ਦੀ ਐਕਸਪੀਰੀਅੰਸ ਹੋ ਗਿਆ ਗੋਰਿਆਂ ਕਾਲਿਆਂ ਨਾਲ, ਤੇ ਇੱਥੇ ਆਪਣੇ ਬੰਦਿਆਂ ਨਾਲ fused together। There is ਤੁਹਾਡੀ ਬਹੁਤ ਕੋਲੈਬਸ ਹੋਇਆ, ਬਹੁਤ ਲਿਮਿਟਲੈਸ, ਇੰਨੇ ਨਾਮ ਹੈ ਕਿ we can have 100 names at least। ਇੰਨੇ ਕਦੀ ਤੁਹਾਡੇ ਮੈਨੂੰ ਕੋਲੈਬਸ ਕੋਈ ਕਹਿ ਦਿੰਦਾ ਹੁੰਦਾ ਕਿ bro ਤੂੰ ਉਹਨਾਂ ਗਾਣਾ ਕੀਤਾ, ਮੈਂ ਕਿਹਾ ਸੱਚੀ ਮੈਂ ਕੀਤਾ ਹੈ, I don't remember। I was checking, you have a Bollywood song too? I do, I have a big Bollywood song। Yeah, that song has I think 4 or 5 artists। Which one are you talking about? Happy New Year। Does it have 4 or 5 artists Yeah, like it does. singing on the song? No, as in overall collabs। Yeah, On the credits there are 4 or 5 different artists। yeah So ਕਾਫੀ ਵੱਡਾ ਗਾਣਾ ਸੀ ਉਹ, ਕਾਫੀ ਬਹੁਤ ਵੱਡਾ ਗਾਣਾ ਸੀਗਾ। I think I just check ਕਰਨਾ ਪੈਣਾ, but on YouTube I think it's at a half it had the main vocals were Kanika Kapoor। Yep, Kanika. Yeah, because I think it's from Deepika Padukone's perspective। Yeah, And then you had a rap। then I had a rap। That was huge। Bro ਐਡਾ ਵੱਡਾ ਗਾਣਾ ਸੀਗਾ, ਲੋਕੀ ਸੋਚਦੇ ਸੀ ਕਿ ਮੈਂ ਰੀਮਿਕਸ ਕੀਤਾ। ਹਾਂ, ਜਿਹੜੇ ਬਰੈਂਪਟਨ ਦੇ ਲੋਕ ਸੀਗੇ ਨਾ ਮੈਨੂੰ ਮੈਸੇਜ ਕੀਤੇ ਸੀ, ਆਈ ਲਵ ਯੂਰ ਰੀਮਿਕਸ। ਮੈਂ ਕਿਹਾ ਕਿਹੜਾ ਰੀਮਿਕਸ? ਜਿਹੜਾ ਲਵਲੀ ਦਾ ਆ, ਜਿਹੜਾ ਤੂੰ ਪਾਇਆ, ਕਿ ਮੈਂ ਇੰਸਟਾਗ੍ਰਾਮ ਤੇ ਪਾਉਂਦਾ ਸੀਗਾ। I'm like, bro, remix nigga, that's an official song। You know what I mean? But like that, it shows ਕਿ ਜਿਹੜਾ mentality ਸੀਗਾ, yeah, ਸ਼ਾਹਰੁਖ ਖਾਨ ਨਾਲ, ਦੀਪਕ ਨਾਲ, ਪਰ ਦਿਖਾਉਂਦਾ ਕਿ mentality ਬਰੈਂਪਟਨ ਦੀ ਉਸ ਟਾਈਮ ਤੇ ਕਿੰਨੀ ਛੋਟੀ ਹੁੰਦੀ ਸੀ, ਕਿ ਸਾਡਾ ਬੰਦਾ ਇੱਥੇ ਦਾ ਕੋਈ ਬਾਲੀਵੁੱਡ 'ਚ ਕੰਮ ਕਰਦਾ ਸੀਗਾ। ਪੰਜਾਬੀ ਮਿਊਜ਼ਿਕ ਬਲਾਸਟ ਨਹੀਂ ਹੋਇਆ ਸੀ, you were the people who were starting it। and ਉਸ ਟਾਈਮ ਪਤਾ ਹੀ ਨਹੀਂ ਸੀ ਕਿ ਅੱਛਾ ਫਿਲਮਾਂ ਦੇ ਵਿੱਚ ਵੀ ਪੰਜਾਬੀ ਗਾਣੇ ਇਸ ਲੈਵਲ ਤੇ ਹੋ ਸਕਦੇ ਆ। ਮੈਂ ਇੱਕ ਗੱਲ ਤੁਹਾਨੂੰ ਮੈਨੂੰ ਹੁਣ ਯਾਦ ਆਈ, ਤੁਹਾਨੂੰ ਦੱਸਦਾ ਹਨਾ, ਜਿਹੜੀ ਬਹੁਤ ਇੰਪੋਰਟੈਂਟ ਗੱਲ ਆ। ਹੁਣ ਪੰਜਾਬੀ ਗਾਣਾ ਆਪਾਂ ਜਿਹੜੇ ਆਫ 에ਅਰ ਕਰਦੇ ਸੀਗੇ, ਪੰਜਾਬੀ ਮਿਊਜ਼ਿਕ, ਪੰਜਾਬੀ ਲੈਂਗੁਏਜ, ਪੰਜਾਬੀ ਗਾਣੇ ਪੈਨ ਇੰਡੀਆ ਹੋ ਗਏ ਐਂਡ ਨਾਰਥ ਅਮਰੀਕਨ ਹੋ ਗਏ, ਅਕ੍ਰੋਸ ਦ ਵਰਲਡ, ਹੈ ਨਾ, ਸਾਰੇ ਸੁਣਦਾ। ਉਸ ਟਾਈਮ ਤੇ ਜਦੋਂ ਲਵਲੀ ਆਇਆ ਸੀ 2015 ਦੇ ਵਿੱਚ, ਮੈਨੂੰ ਆਈ ਰਿਮੈਂਬਰ ਜ਼ੂਸ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਪੰਜਾਬੀ ਤੇ ਇੰਗਲਿਸ਼ 'ਚ ਰੈਪ ਕੀਤਾ। ਉਹਨਾਂ ਨੇ ਮੇਬੀ ਤੈਨੂੰ, ਜੇ ਤੂੰ ਤੇਰਾ ਵਰਸ ਨਹੀਂ ਰੱਖਿਆ ਨਾ, ਉਹਨਾਂ ਨੇ ਕਹਿਣਾ ਕਿ ਤੂੰ ਹਿੰਦੀ 'ਚ ਰੈਪ ਕਰ ਜਾਂ ਪੂਰਾ ਇੰਗਲਿਸ਼ 'ਚ ਰੈਪ ਕਰ। That was the biggest thing। ਜਦ ਤੱਕ ਉਹ ਗਾਣਾ ਆਇਆ ਮੈਨੂੰ ਲੱਗਦਾ ਸੀ ਕਿ ਮੇਰਾ ਵਰਸ ਉਹਨਾਂ ਨੇ ਕੱਢ ਦੇਣਾ, ਬਿਕੋਜ਼ ਉਸ ਟਾਈਮ ਤੇ ਹੁੰਦਾ ਸੀ ਕਿ ਪੰਜਾਬੀ ਪੈਨ ਇੰਡੀਆ ਨੀਗਾ, ਇਹ ਰੀਜਨਲ ਮਿਊਜ਼ਿਕ ਹੈ, ਰੀਜਨਲ ਲੈਂਗੁਏਜ ਆ। ਤੇ ਜਿਹੜੀ ਆਪਾਂ ਐਡਵਰਸਰੀਜ਼ ਦੇਖੀਆਂ ਹੋਈਆਂ ਪੰਜਾਬੀ ਲੈਂਗੁਏਜ ਦੇ ਨਾਲ, ਜਦੋਂ ਮੈਂ ਹਿਪ ਹੌਪ ਆਪਾਂ ਪੁਰਾਣੇ ਵੀ ਕੀਤੇ ਸੀਗੇ ਜ਼ੂਸ ਦੇ ਨਾਲ ਗਾਣੇ ਬਿਫੋਰ ਬਾਲੀਵੁੱਡ 'ਚ, ਜਿਹੜੇ ਮੈਂ ਪੰਜਾਬੀ 'ਚ ਰੈਪ 'ਚ ਨਹੀਂ ਗਏ, ਪਰ ਉਹ ਗਾਣਾ ਜਿਹੜਾ ਚਲਾ ਗਿਆ ਤੇ ਪੰਜਾਬੀ 'ਚ ਉਹਨੇ ਰੈਪ ਕੀਤਾ, ਨਾਲੇ ਇੰਗਲਿਸ਼ 'ਚ ਵੀ ਕੀਤਾ। ਬਰੋ ਬਹੁਤ ਵੱਡੀ ਗੱਲ ਆ। ਐਂਡ ਜਿੱਥੋਂ ਤੱਕ ਆਪਾਂ ਪਹੁੰਚੇ, ਸਾਡੀ ਕਮਿਊਨਿਟੀ, ਸਾਡੀ ਪੰਜਾਬੀ ਇੰਡਸਟਰੀ ਜਿਹੜੀ ਪਹੁੰਚ ਗਈ ਹੈ ਇੱਥੇ ਤੱਕ, ਹੁਣ ਸਾਰੇ ਗਾਣੇ ਬਾਲੀਵੁੱਡ ਦੇ ਪੰਜਾਬੀ 'ਚ ਹੁੰਦੇ ਆ, ਪੈਨ ਇੰਡੀਆ 'ਚ ਸਾਰੇ ਸੁਣਦੇ ਆ ਪੰਜਾਬੀ ਗਾਣੇ। ਬਹੁਤ ਵੱਡੀ ਗੱਲ ਆ ਬਰੋ ਸਾਡੇ ਲਈ। I hats off to everybody who's made that happen, honestly। ਤੁਸੀਂ ਡਾਕਟਰ ਜ਼ੂਸ ਦਾ ਨਾਮ ਲਿਆ। ਹਾਂਜੀ, that's your biggest collab। that's my biggest collab। ਉਹਨਾਂ ਨੇ ਡਿਸਕਵਰ ਵੀ ਮੈਨੂੰ ਉਹਨਾਂ ਨੇ ਕੀਤਾ, ਉਹਨਾਂ ਨੇ ਮੈਨੂੰ ਇੰਡਸਟਰੀ 'ਚ ਵੀ ਉਹਨਾਂ ਨੇ ਲੈ ਕੇ ਆਉਂਦਾ, ਉਹਨਾਂ ਨੇ ਬਹੁਤ ਕੁਛ ਕੀਤਾ ਮੇਰੇ ਲਈ। I'm always thankful for Dr. Zeus। How is he so relevant? His music, ਕਿੰਨਾ ਪੁਰਾਣਾ ਮਿਊਜ਼ਿਕ ਹੈ ਉਹਨਾਂ ਦਾ। if you start searching, ਕਿੰਨੇ ਸਾਲ ਪੁਰਾਣਾ ਮਿਊਜ਼ਿਕ ਹੈ। that is also fresh now, and ਹੁਣ ਵੀ ਕੱਢ ਰਿਹਾ, and ਹੁਣ ਵੀ relevant ਹੈ music। Exactly। How is that happening?
I don't know, He's man. some music genius. He's a genius, obviously. Yeah. He's a genius, and he loves the work, and he's always finding himself, discovering new people, you Yeah. know, discovering new artists, discovering new sounds. ਉਹਨਾਂ ਨੂੰ your ਮਿਹਨਤ ਹੈ at the end of the Yeah. day, you know. The thing is, ਲੋਕਾਂ ਨੂੰ ਲੱਗਦਾ ਕਿ ਜਦੋਂ ਤੁਸੀਂ ਕੋਈ ਮੰਜ਼ਿਲ ਤੇ ਪਹੁੰਚਦੇ ਆ ਕਿ you know ਮਿਹਨਤ ਨਹੀਂ ਕਰਨੀ ਪੈਣੀ, everything gets done. ਉਹ ਟ੍ਰਿਪਲ ਹੋ ਜਾਂਦਾ ਜਿਹੜਾ Yeah. ਮਿਹਨਤ ਹੈ, He's ਜਿਹੜਾ just ਰੱਖਣਾ ਹੈ ਨਾ, benchmark set ਕਰ ਲਿਆ yeah, ਜਿਹੜਾ ਰੱਖਣਾ ਆ ਬਹੁਤ ਜ਼ਿਆਦਾ ਔਖਾ ਹੋ ਜਾਂਦਾ. You have to work even harder than somebody who's new that's trying to do something different, because you have to keep reinventing yourself. Yeah. ਹਾਂਜੀ ਭਾਜੀ ਤਾਂ ਮੈਂ ਤੁਹਾਡੇ ਨਾਲ ਮੈਂ ਐਕਚੁਅਲੀ ਭਾਈ ਨਾਲ ਗੱਲ ਸ਼ੁਰੂ ਕੀਤੀ, ਫਿਰ ਮੈਂ ਕਿਹਾ ਨਹੀਂ ਮੈਂ ਔਨ 에ਅਰ ਕਹੂੰਗਾ ਗੱਲ. Okay. 2016 ਦੇ ਵਿੱਚ ਤੁਹਾਡੀ ਫਰਸਟ ਐਲਬਮ ਆਈ ਸੀ, yes ਰਾਈਟ? yeah Bring It Home. ਹਾਂਜੀ ਐਂਡ ਉਸ ਐਲਬਮ ਦੇ ਵਿੱਚ ਮਤਲਬ ਮੇਰੇ ਫੇਵਰਿਟ ਟਰੈਕਸ ਹੈਗੇ 15 minutes, Wow. 100 ਬੰਦੇ, wow Fame. wow Fame was a collab, I think. Fame was a collab with Prophecy. with Prophecy, yeah. 15 ਮਿੰਟ ਤੁਹਾਡਾ ਆਈ ਥਿੰਕ ਆਪਣਾ ਸੀਗਾ, ਹਾਂਜੀ। then 100 ਬੰਦੇ ਵੀ I think was 15 minute was with Amar Sandhu. Yeah, ਹਾਂਜੀ, Amar Sandhu. ਹਾਂਜੀ Yeah. And there was a collab with Simar. It was a very nice track. Ayatanu Land was later. Ayatanu- That was later. yeah, It was yeah, two 3 years later. So, yeah. ਬਹੁਤ ਕਮਾਲ ਦੀ ਉਹ ਐਲਬਮ ਸੀਗੀ, ਐਂਡ ਆਈ ਯੂਜ਼ਡ ਟੂ ਲਵ ਦੈਟ ਐਲਬਮ. ਉਹ ਕੀ ਪ੍ਰੋਸੈਸ ਸੀ ਪੂਰਾ ਉਹਦਾ ਲਿਖਣ ਦਾ, ਕਿਉਂਕਿ that was your first album. ਬਹੁਤ ਤਿਆਰੀ ਹੋਣੀ ਉਹਦੀ, ਹਾਂਜੀ ਬਹੁਤ ਪ੍ਰੈਪਰੇਸ਼ਨ ਸੀਗੀ. ਯਾ ਕਹਿੰਦੇ ਕਿ ਜਿਹੜੀ ਫਰਸਟ ਐਲਬਮ ਆ, Yeah. ਮੈਂ ਕਿਤੇ ਸੁਣਿਆ ਸੀਗਾ ਕਿ ਜਿਹੜੀ ਤੁਹਾਡੀ ਆਰਟਿਸਟ ਦੀ ਫਰਸਟ ਐਲਬਮ ਉਹਨੂੰ ਲਾਈਫ ਟਾਈਮ ਲੱਗ ਜਾਂਦਾ ਬਣਾਉਣ ਨੂੰ. Yeah. ਸੋ ਦੈਟ ਵਾਸ ਜਦੋਂ ਮੈਂ ਉਹ ਕੱਢੀ ਸੀਗੀ, ਇਟ ਵਾਸ ਮਾਈ ਲਾਈਫ ਟਾਈਮ ਆਫ ਵਰਕ, ਕਿ ਜਿਹੜਾ ਮੇਰਾ whatever compilation of my experiences ਉਸ ਐਲਬਮ 'ਚ ਗਈ. ਪਰ the interesting thing is, ਜਦੋਂ ਤੁਸੀਂ ਕਹਿ ਰਹੇ ਸੀ ਕਿ ਮੈਂ collaborations ਬਹੁਤ ਕੀਤੇ, all that stuff ਨਾ, ਉਹ ਐਲਬਮ ਮੈਂ ਤਾਂ ਕੀਤੀ ਸੀ because ਮੈਨੂੰ ਫਿਰ ਮੈਂ ਲਾਈਕ ਲੋਕਾਂ ਨੇ ਜਾਂ ਇੰਡਸਟਰੀ ਨੇ ਜਾਂ ਯੂ ਨੋ ਵਟਐਵਰ ਪੀਪਲ, ਉਹ ਬਸ ਉਹਨਾਂ ਨੇ ਮੈਨੂੰ ਉਹਦਾ ਸਟੈਂਪ ਕਰਦਾ ਸੀ ਕਿ ਇਹ ਬੰਦਾ ਫੀਚਰ ਆਰਟਿਸਟ ਆ, ਇਹਨੂੰ ਜੇ ਗਾਣਾ ਚਾਹੀਦਾ ਇਹਨੂੰ ਫੀਚਰ ਦੇ ਦਿਓ, ਇਹਨੂੰ ਇੱਕ ਵਰਸ ਦੇ ਦਿਓ, ਠੀਕ ਹੈ. ਪਰ ਲੋਕਾਂ ਨੂੰ ਮੇਰੇ ਰੂਟਸ ਦਾ ਨਹੀਂ ਪਤਾ ਸੀਗਾ. ਮੇਰੇ ਰੂਟਸ ਹੈਗੇ ਹਿਪ ਹੌਪ ਹੈਗਾ, ਲਾਈਕ ਮਿਕਸ ਟੇਪ, ਜਿਹੜੇ ਯੂ ਨੋ ਆਪਾਂ 20 ਗਾਣੇ ਕੀਤੇ ਹੋਏ ਆ, 6-7 ਮਿਕਸ ਟੇਪਸ ਮੈਂ ਕੀਤੇ ਹੋਏ ਆ ਲੋਕਲ, ਹੈ ਨਾ. ਆਪਾਂ ਇੱਥੇ ਵੰਡਦੇ ਹੁੰਦੇ ਸੀਗੇ ਸ਼ਾਪਰਸ ਵਰਲਡ ਤੇ ਮੈਂ ਜਾ ਕੇ ਵੇਚਦਾ ਹੁੰਦਾ ਸੀਗਾ CD $5 ਦੀਆਂ ਆਪ ਹੱਥ ਨਾਲ, ਹੈ ਨਾ. ਸੋ ਇਹ ਮੇਰੀ ਰੂਟਸ ਹੈ, ਥੀਸ ਆਰ ਮਾਈ ਬਿਗਿਨਿੰਗ. ਤੇ ਜਦੋਂ ਮੈਂ ਬ੍ਰਿੰਗ ਇਟ ਹੋਮ ਕੱਢੀ ਸੀਗੀ, the idea, the inspiration was ਕਿ like let's bring it home now. ਹੁਣ ਤੂੰ ਇੰਡੀਆ 'ਚ ਜੋ ਕਰ ਲਿਆ, ਬਾਲੀਵੁੱਡ 'ਚ ਕਰ ਲਿਆ, ਦੁਨੀਆ 'ਚ ਨਾਮ ਬਣਾ ਲਿਆ with Zeus ਤੇ ਆਪਣੇ ਫੀਚਰਸ ਨਾਲ, ਦੂਜੇ ਆਰਟਿਸਟ, ਐਵਰੀ ਆਰਟਿਸਟ ਜਿਹੜਾ ਮੈਨੂੰ ਵਧੀਆ ਲੱਗਦਾ ਸੀਗਾ, ਜਿਹੜਾ ਮੈਨੂੰ ਮੇਰੀ ਇੰਸਪੀਰੇਸ਼ਨ ਸੀ, ਜੈਜ਼ੀ ਬੀ ਤੋਂ ਲੈ ਕੇ ਅਮਰਿੰਦਰ ਗਿੱਲ ਤੋਂ ਲੈ ਕੇ everyone, you name it, right? ਸ਼ਾਹਰੁਖ ਖਾਨ, ਦੀਪਿਕਾ ਦੀ ਫੋਟੋ ਲੱਗੀ ਹੁੰਦੀ ਸੀ ਮੇਰੇ ਕੰਨ ਤੇ. I'm like, ਹੁਣ now I have to bring it home to my roots, to hip hop. ਤੇ I have to do an album ਕਿ ਜੋ ਮੈਂ ਲੋਕਾਂ ਨੂੰ ਦਿਖਾ ਸਕਦਾ ਕਿ ਫਤਿਹ ਇੱਕ ਆਰਟਿਸਟ ਆ, not just a feature artist, an artist ਹੈ ਜਿਹੜੇ ਗਾਣੇ ਬਣਾ ਸਕਦਾ. 10 ਮੈਂ ਗਾਣੇ ਸੀਗੇ ਉਹਦੇ ਵਿੱਚ, ਹੈ ਨਾ, ਤੇ all you know written with me, with my collaborations. ਤੇ that was the idea of Bring It Home. ਅੱਛਾ, ਉਹ ਐਲਬਮ ਏਡੀ ਧਾਕੜ ਸੀ ਭਾਜੀ. ਅੱਛਾ, ਇੱਕ ਫੋਨ ਕਰ 100 ਬੰਦੇ 2018 ਚ ਤੁਸੀਂ ਕੱਢੀ, To Whom It May Concern, which had super deep yo tracks. You're a fan, man. Oh my god, bro. Man, no, I just want to say ਕਿ ਮੈਂ used to ਨਹੀਂ ਗਾ, ਕਿਉਂਕਿ mostly ਜਿਹੜੇ people ਜਿਹੜੇ ਇੰਡੀਆ 'ਚ ਜੰਮੇ ਪਲੇ ਆ ਜਾਂ ਉੱਥੋਂ ਦੇ ਆ, they don't know any of these songs. No, I know 2019 ਦੇ ਵਿੱਚ ਤੁਹਾਡੀ fresh memories, new memories, ਹਾਂਜੀ, ਉਹ ਵੀ deep tracks ਸੀਗੇ majorly. And 2021 ਜਾਂ 22 ਚ ਇੱਕ ਤੁਹਾਡੀ ਐਲਬਮ ਆਈ ਸੀ, that had a little different kind of vibe. But 2018-19 were very deep tracks, ਬੜੇ slow tracks ਸੀਗੇ, sad ਸੀਗਾ. ਉਹ ਕੀ ਫੇਸ ਚੱਲ ਰਿਹਾ ਸੀ? ਬ੍ਰੇਕਅਪ ਸੀਗਾ, ਬੜਾ ਯੂ ਨੋ ਤਕੜਾ ਬ੍ਰੇਕਅਪ ਸੀਗਾ, ਜਿਹੜਾ ਉਸ ਯੰਗ ਏਜ ਦਾ, ਹੈ ਨਾ. ਤੇ ਉਸ ਟਾਈਮ ਤੇ ਬ్రో ਮੇਰੇ ਲਈ ਮਿਊਜ਼ਿਕ ਤਾਂ ਆਲਵੇਜ਼ ਥੈਰੇਪਿਊਟਿਕ ਸੀਗਾ. ਇਟਸ ਪੋਇਟਰੀ, ਹੈ ਨਾ. ਲੋਕੀ ਸੋਚਦੇ ਨਹੀਂ ਪਰ ਆਰਟ ਜਿਹੜਾ ਲਿਖਾਰੀ ਆ, ਆਮ ਅ ਰਾਈਟਰ ਫਰਸਟ ਬਿਫੋਰ ਆਮ ਅ ਰੈਪਰ ਪਰਫਾਰਮਰ, ਤੇ ਉਹ ਮੇਰੇ ਲਈ ਪੋਇਟਰੀ ਸੀਗਾ. ਤੇ ਮੈਂ ਉਹ ਐਲਬਮ ਇੱਦਾਂ ਨਹੀਂ ਕੱਢੀ ਸੀ, ਮੈਂ ਬਣਾਈ ਸੀ ਕਿ ਮੇਰਾ ਬ੍ਰੇਕਅਪ ਹੋਇਆ, ਮੈਂ ਹੁਣ ਐਲਬਮ ਬਣਾਉਂਗਾ ਤੇ ਮੈਂ ਹੁਣ ਉਹਨੂੰ ਵੇਚੂੰਗਾ. ਉਹ ਇੱਦਾਂ ਨਹੀਂ ਸੀਗਾ, ਉਹ ਮੇਰੇ ਲਈ ਸੀਗੀ. ਤੇ ਫਿਰ ਮੈਨੂੰ ਜਦੋਂ ਕਨਵਰਸੇਸ਼ਨਸ ਮੈਂ ਆਪਣੇ ਫਰੈਂਡਾਂ ਨਾਲ ਹੋਈਆਂ, ਕਹਿੰਦਾ this is important for your art to put this out, ਹੈ ਨਾ. ਤੇ ਮੇਨ ਕਨਵਰਸੇਸ਼ਨ ਆਈ ਹੈਡ ਵਾਸ ਰੂਪੀ ਕੌਰ, ਜਿਹੜੀ ਪੋਇਟ ਹੈ. ਮੈਂ ਉਹਨੂੰ ਦਿਖਾਇਆ ਸੀਗਾ ਉਸ ਟਾਈਮ ਤੇ ਉਹਨੇ ਮੈਨੂੰ ਬਹੁਤ ਹੌਸਲਾ ਦਿੱਤਾ. ਬਿਕਾਜ਼ ਤੁਸੀਂ ਹੁਣ ਇਹ ਸਮਝੋ ਐਜ਼ ਅ ਮੇਲ in the ਪੰਜਾਬੀ ਇੰਡਸਟਰੀ, ਜਿੱਥੇ ਸਾਰਾ ਕੁਛ ਹੈਗਾ, ਕੁੱਟ ਦੂੰ, ਮਾਰ ਦੂੰ, ਚੱਕ ਦੂੰ, ਤੇ ਮੇਰੇ ਕੋਲ ਪੈਸੇ ਬਹੁਤ ਆ, ਮੇਰੇ ਕੋਲ ਆਹ ਬਹੁਤ ਆ, ਮੈਂ ਇਨਵਿੰਸੀਬਲ ਬੰਦਾ, ਜੋ ਆਪਾਂ ਦਿਖਾਉਂਦੇ ਆ ਪੰਜਾਬੀ ਐਂਟਰਟੇਨਮੈਂਟ ਦੇ ਵਿੱਚ, ਪੰਜਾਬੀ ਮਿਊਜ਼ਿਕ 'ਚ. ਉਹ ਮੈਂ ਐਲਬਮ ਕੱਢੀ ਸੀਗੀ ਤੇ ਸ਼ੋ ਕਿੰਨਾ ਵਲਨਰੇਬਲ ਆ, ਮੈਨੂੰ ਦੁੱਖ ਕਿੰਨਾ ਹੋਇਆ, ਮੇਰਾ how sad I am, how depressed I am, or whatever the thing was. ਤੇ ਉਹ ਐਲਬਮ ਨਾ ਮੈਨੂੰ ਹਮੇਸ਼ਾ ਪਿਆਰੀ ਰਹੂਗੀ, ਬਿਕਾਜ਼
ਮੈਨੂੰ ਜਿੰਨੇ ਲੋਕਾਂ ਨੇ ਮੇਰੇ ਨਾਲ ਉਹ ਜੁੜਿਆ ਜਿਹੜੇ ਫੈਨਸ ਉਹ ਜੁੜੇ ਉਸ ਐਲਬਮ ਕਰਕੇ ਉਹ ਲਾਈਫ ਲੌਂਗ ਹੋਣਗੇ ਬਿਕਾਜ਼ ਮੈਨੂੰ ਬਹੁਤ ਲੋਕਾਂ ਨੇ ਕਿਹਾ ਬ్రో ਕਿ ਤੂੰ ਮੇਰਾ ਬ੍ਰੇਕਅਪ ਮੈਨੂੰ ਹੋਇਆ ਮੈਂ ਉਹ ਐਲਬਮ ਸੁਣੀ ਉਹਦੇ ਨਾਲ ਮੇਰਾ ਥੋੜਾ ਮੈਂ ਆਪਣਾ ਰਿਲੇਟ ਕੀਤਾ ਜਾਂ ਮੈਨੂੰ ਸਕੂਨ ਆਇਆ ਜਾਂ ਮੈਂ ਆਪਣੀ ਇਮੋਸ਼ਨਸ ਸ਼ੇਅਰ ਕਰ ਸਕਦਾ ਸੀ ਬਿਕਾਜ਼ ਸਮ ਪੀਪਲ ਡੋਨਟ ਨੋ ਹਾਊ ਟੂ ਡੂ ਇਟ ਵਿਦ देयर ਓਨ ਵਰਡਸ ਤੇ ਬਹੁਤ ਲੋਕਾਂ ਨੇ ਮੈਨੂੰ ਇੱਦਾਂ ਕਿਹਾ ਲਾਈਕ ਵੱਡੇ ਲੋਕਾਂ ਨੇ ਯੰਗ ਪੀਪਲ I don't know. It was a good album, and I'm very proud of myself. One of my favorites of yours. Yeah. Oh, that favorite. तेरा भी दिल टूटा होना सी उस टाइम ते लगदा. याद नहीं होना. But गाने बहुत सुने. Anybody दिल टूटे याद ही नहीं. Thank you, man. Thank you so much, bro. Thank you, ਭਾਈ. ਜਰਨੀ ਤੁਹਾਡੀ ਬਹੁਤ ਆਈ ਥਿੰਕ 2009 2010 ਤੋਂ ਤੁਹਾਡੀ ਮਿਊਜ਼ੀਕਲ ਜਰਨੀ ਸ਼ੁਰੂ ਹੋ ਗਈ ਸੀ ਹੈ ਨਾ ਐਂਡ ਇਟ ਹੈਜ਼ ਬੀਨ 16 17 ਇਅਰਸ ਹੁਣ ਤੁਹਾਡੀ ਇੱਕ ਨਵੀਂ ਐਲਬਮ ਆਈ ਹੈ ਹੁਣ ਲੇਟੈਸਟ ਐਲਬਮ ਆਈ ਹੈ ਯੂ ਹੈਵ ਸੀਨ ਦ ਚੇਂਜ ਇਨ ਦ ਇੰਡਸਟਰੀ ਢੋਲ ਵਾਲੇ ਗਾਣੇ ਚੱਲਦੇ ਸੀ 2009-10 ਤੱਕ ਉਦੋਂ ਤੱਕ ਓਨਲੀ ਢੋਲ ਚੱਲਦਾ ਸੀ ਦੈਨ ਵੀ ਗੋਟ ਇਨਟੂ ਪੌਪ ਆਇਆ ਫਿਰ ਹੌਲੀ ਹੌਲੀ ਰੈਪ ਇੰਟਰੋਡਿਊਸ ਹੋਇਆ ਕਿ ਗਾਣੇ 'ਚ ਬਸ ਇੱਕ ਛੋਟਾ ਜਿਹਾ ਫੀਚਰ ਰੈਪ ਦਾ ਹੋ ਜਾਏ ਬਹੁਤ ਸਾਰੇ ਆਰਟਿਸਟ ਹੈ ਜੋ ਛੋਟਾ ਫੀਚਰ ਕਰਕੇ ਗਾਇਬ ਵੀ ਹੋ ਗਏ ਦੇ ਨਾਟ ਈਵਨ ਦੇਅਰ ਐਨੀਮੋਰ ਉਹ ਇੰਡਸਟਰੀ ਦੇ ਵਿੱਚ ਹੈ ਵੀ ਨਹੀਂ ਉਹਨਾਂ ਦਾ ਨਾਮ ਵੀ ਨਹੀਂ ਹੈ ਬਟ ਗਾਣੇ ਉਹਨਾਂ ਉਸ ਟਾਈਮ ਆ ਗਏ ਸੀ ਦੈਨ ਵੀ ਗੋਟ ਟੂ ਪਿਓਰ ਪੌਪ ਮਿਊਜ਼ਿਕ ਫਿਰ ਉਹਦੇ ਬਾਅਦ ਹਿਪ ਹੌਪ ਬਹੁਤ ਦੇਰ ਜ਼ਿਆਦਾ ਚੱਲਿਆ ਆਈ ਥਿੰਕ 2017-18 ਹਿਪ ਹੌਪ ਬਹੁਤ ਬੂਸਟ ਕਰ ਗਿਆ ਹੁਣ ਵੀ ਹਿਪ ਹੌਪ ਹੈ ਨਾਓ ਵੀ ਗੋਇੰਗ ਅਗੇਨ ਬੈਕ ਟੂ ਪੌਪ ਨੈਕਸਟ ਕੀ ਹੋਏਗਾ ਵਾਟਸ ਹੈਪਨਿੰਗ ਪੰਜਾਬੀ ਇੰਡਸਟਰੀ ਕਿੱਦਾਂ ਇਵੋਲਵ ਕਰ ਰਹੀ ਹੈ I think next ਦੋ ਚੀਜ਼ਾਂ ਹੋ ਸਕਦੀਆਂ I think ਇੱਕ ਹੋਊਗੀ and this is just my opinion I don't know if I'm right I think ਦੋ ਚੀਜ਼ਾਂ ਹੋਊਗੀਆਂ ਇੱਕ ਹੋਊਗਾ ਕਿ ਮਿਊਜ਼ਿਕ ਜਿਹੜਾ ਹੈਗਾ ਪੰਜਾਬੀ ਜਿਹੜਾ ਮਿਊਜ਼ਿਕ ਹੈ ਉਹ ਟ੍ਰਾਂਸੈਂਡ ਕਰ ਜਾਊਗਾ ਇਟਸ ਗੋਇੰਗ ਐਂਡ ਇਟਸ ਆਲਰੇਡੀ ਹੈਡਿੰਗ ਦੈਟ ਵੇ ਤੁਸੀਂ ਆਲਰੇਡੀ ਦੇਖ ਰਹੇ ਸਾਡੇ ਅੱਖਾਂ ਮੂਹਰੇ ਹੋ ਰਿਹਾ ਕਿ ਪੰਜਾਬੀ ਮਿਊਜ਼ਿਕ ਨਾਰਥ ਅਮਰੀਕਾ 'ਚ ਪਹੁੰਚ ਜਾਊਗਾ ਆਪਾਂ international collaborations they're already happening right but like on another level now and it's just gonna become a regular household thing ਜਿੱਦਾਂ Latin ਸੀਗਾ that's what everybody ਜਿਹੜੇ labels ਵੀ ਆ ਸਾਰੇ ਇਹੀ ਚਾਹ ਰਹੇ ਆ ਕਿ ਪੰਜਾਬੀ ਮਿਊਜ਼ਿਕ ਹੁਣ Latin level ਤੇ ਪਹੁੰਚੇ ਤੇ ਸਾਰੇ ਪਾਸੇ ਜਾਵੇ ਹੈ ਨਾ ਸੋ ਆਈ ਥਿੰਕ ਦੈਟਸ ਗੋਨਾ ਬੀ ਵਨ ਸਾਈਡ ਬਟ ਹੁਣ ਪੰਜਾਬੀ ਮਿਊਜ਼ਿਕ ਉਹ ਨਹੀਂ ਜਿਹੜਾ 10 ਸਾਲ ਪਹਿਲਾਂ ਸੀਗਾ ਕਿ ਇੱਕ ਹੀ ਟ੍ਰੈਂਡ ਹੈ ਤੇ ਸਾਰੇ ਉਹ ਕਰ ਰਹੇ ਆ ਪੰਜਾਬ 'ਚ ਡਿਫਰੈਂਟ ਟ੍ਰੈਂਡ ਚੱਲ ਰਿਹਾ ਮੁੰਬਈ 'ਚ ਡਿਫਰੈਂਟ ਟ੍ਰੈਂਡ ਚੱਲ ਰਿਹਾ ਇਟਸ ਆਲ ਪੰਜਾਬੀ ਲਾਈਕ ਮੁੰਬਈ 'ਚ ਮੇਬੀ they'll listen to more ਪੰਜਾਬੀ rap ਪੰਜਾਬ 'ਚ they'll listen to more like cultural things regional things that they like about that and then North America 'ਚ ਕੁਛ ਹੋਰ ਚੱਲ ਰਿਹਾ which is more pop so I think ਸਾਰੀ ਚੀਜ਼ਾਂ ਚੱਲੇ ਜਾਣਗੀਆਂ but what I want to hear personally back from ਪੰਜਾਬੀ music is ਢੋਲ because ਮੇਰਾ ਭੰਗੜੇ ਦਾ ਬੈਕਗਰਾਉਂਡ ਆ ਮੈਂ ਢੋਲ ਵੀ ਬਹੁਤ ਵਜਾਇਆ ਮੈਂ ਭੰਗੜਾ ਵੀ 10 ਸਾਲ ਕੀਤਾ ਤੇ I want to hear more dol and like folk and bolia and that type of stuff in Punjabi music personally. And I hope that comes back. Pop music vi vada jauga te all that will happen we'll get as well. Punjabi Despacito or Punjabi Gangnam Style? I think so. I think so. It's only a matter of time. It's probably already made somewhere in somebody's computer. But just one day it's going to just come out and it'll go crazy. Yeah. That's crazy. Yeah. Paji, now let's talk about your latest album. Yeah, let's talk about it. Don't forget to call. Don't forget to call, yeah. Key inspiration, what's the name about? Key it's funny because Bring It Home, te aapa Bring It Home di discovery karti aapa dasta hai na je audience nu. This is the opposite of Bring It Home. Okay. Think about it. Bring It Home, main sara kuch duniya ch kar liya, then I'm going to come back, bring it back to Brampton, bring it back to Toronto and go back to my roots, hai na? And Don't Forget to Call is kind of like this industry and who I became and certain habits, certain things, certain ideas ਜਿਹੜੇ ਮੈਂ ਸਿੱਖ ਚੁੱਕਾ ਹੁਣ 10 ਸਾਲ ਇੰਡਸਟਰੀ 'ਚ ਉਹ ਚੀਜ਼ਾਂ ਨੂੰ ਥੋੜ੍ਹੀ ਜਿਹੀ ਛੱਡ ਕੇ ਕਿਉਂਕਿ ਜਿਹੜਾ ਇੰਡਸਟਰੀ ਹੈ ਇਟ ਕੈਨ ਬੀ ਵੈਰੀ ਟੌਕਸਿਕ ਜਿਹੜੇ ਨੰਬਰਸ ਆ ਸਾਡੇ ਪੋਲੀਟਿਕਸ ਆ ਜਿਹੜੇ ਬਿਟਵੀਨ ਆਰਟਿਸਟ ਐਂਡ ਆਲ ਦਿਸ ਸਟਫ ਬਹੁਤ ਟੌਕਸਿਕ ਹੋ ਸਕਦੀਆਂ ਰਾਈਟ ਸੋ ਉਹ ਮੈਂ ਚੀਜ਼ਾਂ ਨੂੰ ਛੱਡ ਕੇ ਨਾ I'm going to just going to a new light, going into a new energy, Hana. And so now, Bring It Home, I was bringing back. Now I'm leaving something. And leaving is also like, this year I've had some big life changes as well. So, leaving these old things behind. Te jadon tusi ja rahe hain, anytime you leave for a long time, piche banda ki kehanda hunda? Don't forget to call. Wow. Right? So it's like that's kind of the idea for it. Yeah. That's amazing. Yeah. And again, this album, which we have a lot of collabs. Yeah. How the collabs working? Well, first of all, Mickey Singh, right? Mickey Singh was my favorite track is Jadoo. Beautiful. So Mickey Singh was on Bring It Home, Hana. Te main kya if I'm doing a Bring It Home type of like sequel to Bring It Home, I need Mickey Singh on there. Of course. So me and Mickey Singh ਆਪਾਂ ਵੀ ਬਹੁਤ ਦੇਰ ਜਾਣਦੇ ਇੱਕ ਦੂਜੇ ਨੂੰ ਤੇ ਆਪਾਂ ਵੀ ਕਨੈਕਟ ਹੋਏ ਤੇ ਆਪਾਂ ਜ਼ਿਆਦਾ ਕਨੈਕਟ ਹੋਏ outside of music.
because of experiences. ਹੁਣ ਆਪਾਂ ਤੁਸੀਂ ਸੋਚੇ ਆਪਾਂ ਦੋਨੋਂ ਹੀ 10 ਸਾਲ ਤੋਂ ਪਲੱਸ ਹੋ ਗਏ ਸਾਡੀ ਇੰਡਸਟਰੀ 'ਚ me and him, so ਸਾਡੇ experiences very same, very similar, right, in the industry I'm saying, and even in life ਕੋਈ ਲੋਕੀ ਸੋਚਦਾ ਨਹੀਂ ਹੈ ਕਿ artist ਦਾ experience ਕੀ ਹੋਊਗਾ after having such big, you know, notoriety, fame, whatever, and then ਥੋੜ੍ਹਾ ਜਦੋਂ settle down ਹੋ ਜਾਵੇ ਕੀ experiences ਹੈ. So we honestly as friends, as humans, ਆਪਾਂ ਉਸ ਚੀਜ਼ ਦੇ ਉੱਤੇ ਪਹਿਲਾਂ ਆਪਾਂ ਕਨੈਕਟ ਕੀਤਾ, ਉਸ ਤੋਂ ਬਾਅਦ ਇਹ ਗਾਣੇ ਬਣੇ. You know what I mean? And ਉਸ ਤੋਂ ਬਾਅਦ ਜਾਦੂ ਬਣਿਆ and all that, ਤੇ ਸਾਡੀ ਐਨਰਜੀ ਬਹੁਤ match hui. I don't know why. Some, you know, and we've known each other forever, but we've been the closest now. Even on the way here, मैं उतना ही phone te लगा हुआ है. Bro, कितना करना कि ना साडा friendship बहुत बढ़िया बन गई. So he's on there. Rashmeet Kaur's on there. Who else? My friend Harkirat from Delhi. He's a new artist. I think I'm forgetting somebody. There's somebody else on there. Again, you have Simmer. Yes, Simmer. There you go. Simmer's on there, who's my longtime collaborator, and Gilda General, mera friend. He's from California. He's the essence of who I used to be when I was younger, and he reminds me so much of myself. Jadon main chota hunda siga California se jamme padya, he's that. So yeah, just I worked with jede mere friends ya, jede mere lokan na mera. Some like, you know, like, now what's the word I'm looking for, like male hega, right, that we connected just as human vibe, you know what I mean, like, as humans first, the album music after, and I think that's important. That's amazing. I'm very sure, Paji, this album will be a huge hit. Oh, thank you. It's already ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ. ਬਹੁਤ ਜ਼ਿਆਦਾ ਪਸੰਦ ਆ ਰਹੀ ਹੈ. Response. Amazing, man. The response is amazing. I think I'm proud of myself. You know, people don't say that enough. I'm proud of myself because, again, 7th album, you know, 7th album, 10 years in the industry. ਉੱਦਾਂ ਲੋਕੀ ਕੋਈ ਪੁੱਛਦਾ ਨਹੀਂ ਹੁੰਦਾ ਹੈ ਨਾ ਸਮਟਾਈਮਸ ਜਿਹੜਾ like how long of this somebody who's been in the industry for this long ਤੇ you know ਜਿਹੜਾ ਰਿਸਪੌਂਸ ਆ ਰਿਹਾ ਨੰਬਰਸ ਆ ਰਹੇ ਆ ਜਿਹੜੇ ਮੈਨੂੰ you know ਲੋਕਾਂ ਦੇ ਮੈਸੇजेस ਆ ਰਹੇ ਆ ਛੋਟੇ ਤੋਂ ਲੈ ਕੇ ਵੱਡੇ ਤੋਂ ਹੈ ਨਾ ਕਿ bro ਬਹੁਤ ਵਧੀਆ ਆਲਬਮ ਕੀਤੀ there's some vulnerability in ਜਿਹੜਾ ਪਹਿਲਾ ਗਾਣਾ ਆ the last song ਤੇ ਲੋਕੀ like they haven't heard it, you know, time ਹੋ ਗਿਆ ਲੋਕਾਂ ਨੂੰ ਕਿ ਕੋਈ ਆਰਟਿਸਟ ਆਪਣੀ vulnerable ਚੀਜ਼ ਦੱਸ ਰਿਹਾ ਜੋ ਮੈਂ ਆਪਣੇ ਪਹਿਲੇ ਗਾਣੇ 'ਚ ਦੱਸਿਆ ਹੈ ਨਾ so people are really liking it and you know I'm happy, man. I'm very, very happy. Yeah. No, we're really happy to see that music bhai karde raho. Thank you. Because we are fans and we want to listen to more of such music because regular music to ek thoda ja sanu break bhi mil janda. I'll be very honest with you. Yeah. My main reason when I started exploring you as a kid was कि मैं main music सुनता जा रहा कुछ change नहीं आ रहा ਹੁਣ बहुत सारे independent artists आ चुके होए बहुत ज़्यादा experiment हो रहा है but of course we have been listening to and we will keep on listening to you. Oh, thank you, man. Thank you so much. Appreciate it. And I'm very sure everyone who's listening to us make sure don't forget to call. ਸੁਣੋ stream ਕਰੋ ਦਬ ਕੇ ਕਰੋ ਬੈਰੀ ਬੋਲੀਆਂ ਜਾਦੂ ਜਿਹੜੇ ਮੇਨ ਗਾਣੇ ਬੈਰੀ ਬੋਲੀਆਂ that is a track to listen to. ਜਾ ਕੇ ਸੁਣੋ please and thank you and let me know, you know, message ਕਰ ਦਿਓ ਮੈਨੂੰ Instagram ਤੇ let me know how you like it. ਮੈਨੂੰ ਬਹੁਤ ਵਧੀਆ ਲੱਗਦਾ ਜਦੋਂ people ਮੈਨੂੰ ਰਿਵਿਊ ਦਿੰਦੇ ਆ ਚੰਗਾ ਵੀ ਹੋਵੇ ਮਾੜਾ ਵੀ ਹੋਵੇ ਵਧੀਆ ਲੱਗਦਾ ਸਾਰਾ ਕੁਝ ਵਧੀਆ ਲੱਗਦਾ. No, thank you so much for coming in. Thank you. And once again all the very best for the album. Appreciate it, brother. Thank you, Paji.